ਆਸ है कि जब RMS इंडिया न्यूज़ ਦੇ ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਇਸ ਸਟੂਡੀਓ ਦੇ ਵਿੱਚ ਤਾਂ ਕਿ ਮੈਂ ਆਪਣੀ ਜੀਵਨ ਦੀ ਗਵਾਹੀ ਤੁਹਾਡੇ ਨਾਲ ਸਾਂਝੀ ਕਰ ਸਕਾਂ ਔਰ ਸੇਵਕਾਈ ਦੇ ਦੌਰਾਨ ਆਈਆਂ ਹਰ ਇੱਕ ਔਕੜਾਂ ਨੂੰ ਹਰ ਇੱਕ ਮੁਸ਼ਕਿਲਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂ ਕਿ ਕਿਸ ਪ੍ਰਕਾਰ ਪ੍ਰਭੂ ਜਦੋਂ ਆਪਣੇ ਕੰਮਾਂ ਦੇ ਲਈ ਕਿਸੇ ਨੂੰ ਚੁਣਦਾ ਹੈ ਤੇ ਉਸ ਨੂੰ ਦਲੇਰੀ ਬਖਸ਼ਦਾ, ਸਮਝ ਦਿੰਦਾ, ਆਪਣੀ ਬੁੱਧ ਦਿੰਦਾ ਔਰ ਆਪਣੇ ਵਚਨ ਦਾ ਗਿਆਨ ਦਿੰਦਾ ਔਰ ਆਪਣੇ ਪਵਿੱਤਰ ਆਤਮਾ ਦੀ ਸਾਮਰਥ ਨਾਲ ਉਹ ਚਲਾਉਂਦਾ ਹੈ। ਕਿਉਂਕਿ ਬਹੁਤ ਸਾਰੀਆਂ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਐਸੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਝੇਲਣਾ ਇੱਕ ਇਨਸਾਨੀ ਸਰੀਰ ਦੇ ਵੱਸ ਦੀ ਗੱਲ ਨਹੀਂ ਹੈ, ਪਰ ਜਦੋਂ ਪਰਮੇਸ਼ਵਰ ਦੀ ਸਾਮਰਥ ਸਾਡੇ ਨਾਲ ਰਹਿ ਕੇ ਕੰਮ ਕਰਦੀ ਹੈ, ਸਾਡੇ ਵਿੱਚ ਕੰਮ ਕਰਦੀ ਹੈ ਤੇ ਉਹ ਸਾਡੇ ਜੀਵਨ ਦੀ ਗਵਾਹੀ ਬਣ ਜਾਂਦੀ ਹੈ। ਸੋ ਇਸ ਮੌਕੇ ਤੇ ਇੱਕ ਵਚਨ ਮੈਨੂੰ ਯਾਦ ਆ ਰਿਹਾ ਹੈ ਬਾਈਬਲ ਦੇ ਵਿੱਚੋਂ, ਯਹੋਨਾ ਦੀ ਅੰਜੀਲ 14 ਬਾਬ ਉਹਦੀ 27ਵੀਂ ਐਤ ਇਸ ਪ੍ਰਕਾਰ ਦੱਸਦੀ ਹੈ ਕਿ ਯਿਸੂ ਮਸੀਹ ਖੁਦ ਆਪ ਆਪਣੇ ਮੂੰਹ ਤੋਂ ਇਹ ਗੱਲ ਕਹਿ ਰਹੇ ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇਈ ਜਾਂਦਾ। ਇਹ ਬਹੁਤ ਵੱਡੀ ਗੱਲ ਹੈ ਔਰ ਇਹ ਆਤਮਾ ਦਾ ਐਸਾ ਫਲ ਹੈ ਜਿਹੜਾ ਤੁਹਾਨੂੰ ਹਰ ਇੱਕ ਮੁਸੀਬਤ, ਦੁੱਖ, ਪਰੇਸ਼ਾਨੀ ਦੇ ਵਿੱਚ ਖੜੇ ਰਹਿਣ ਦੀ ਸਾਮਰਥ ਬਖਸ਼ਦਾ। ਇਹ ਬਹੁਤ ਹੀ ਇੱਕ ਪਾਵਰਫੁਲ ਵਚਨ ਹੈ ਯਿਸੂ ਮਸੀਹ ਦੇ ਮੁਖ ਚੋਂ ਨਿਕਲਿਆ ਹੈ, ਕਿਉਂਕਿ ਅਸੀਂ ਸਭ ਯਿਸੂ ਮਸੀਹ ਦੀ ਜ਼ਿੰਦਗੀ ਨੂੰ ਜਾਣਦੇ ਹਾਂ ਕਿ ਕਿਸ ਪ੍ਰਕਾਰ ਯਿਸੂ ਮਸੀਹ ਜੀ ਦਾ ਚੈਨ ਕੀਤਾ ਗਿਆ ਪਿਤਾ ਪਰਮੇਸ਼ਵਰ ਵੱਲੋਂ ਕਿ ਇੱਕ ਮਹਾਨ ਦੁੱਖ ਨੂੰ ਸਹਿ ਕੇ ਆਪਣੀ ਸਰੀਰ ਦੀ ਕੁਰਬਾਨੀ ਦੇ ਕੇ ਆਪਣਾ ਲਹੂ ਬਹਾ ਕੇ ਉਹ ਧਰਤੀ ਦੇ ਉੱਤੇ ਪੈਦਾ ਹੋਣ ਵਾਲੇ ਹਰੇਕ ਪਾਪੀ ਨੂੰ ਬਚਾ ਸਕੇ। ਸੋ ਇਸੇ ਪ੍ਰਕਾਰ ਹੀ ਮੈਂ ਵੀ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਇੱਕ ਗੁਨਾਹਗਾਰ ਇਨਸਾਨ ਸੀ, ਗੁਨਾਹ ਦੇ ਵਿੱਚ ਲਿਪਤ ਸੀ ਔਰ ਮੈਨੂੰ ਕੋਈ ਵੀ ਰਾਹ ਨਹੀਂ ਨਜ਼ਰ ਆ ਰਿਹਾ ਸੀ। ਜਦਕਿ ਮੇਰਾ ਜਨਮ ਇੱਕ ਮਸੀਹੀ ਪਰਿਵਾਰ 'ਚ, ਮਸੀਹੀ ਖਾਨਦਾਨ ਦੇ ਵਿੱਚ ਹੋਇਆ ਸੀ, ਲੇਕਿਨ ਯਿਸੂ ਮਸੀਹ ਦੀਆਂ ਗੱਲਾਂ ਤੋਂ ਮੈਂ ਬੇਮੁਖ ਸੀ, ਉਹਦੇ ਕੰਮਾਂ ਤੋਂ ਮੈਂ ਬੇਮੁਖ ਸੀ। ਉਸ ਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਜਾਂ ਸਮਝ ਨਹੀਂ ਸੀ। ਲੇਕਿਨ ਅਸੀਂ ਇੱਕ ਮਸੀਹੀ ਪਰਿਵਾਰ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਵੀ ਅਸੀਂ ਯਿਸੂ ਮਸੀਹ ਤੋਂ ਭਟਕੇ ਹੋਏ ਸੀ। ਲੇਕਿਨ ਇੱਕ ਦਿਨ ਐਸਾ ਆਇਆ ਕਿ ਪ੍ਰਭੂ ਨੇ ਮੇਰੇ ਜਵਾਨੀ ਦੇ ਦਿਨਾਂ ਵਿੱਚ ਹੀ ਮੈਨੂੰ ਚੁਣ ਲਿਆ ਔਰ ਮੈਂ ਬਹੁਤ ਸਾਰੇ ਨਸ਼ਿਆਂ ਦੀ ਹਾਲਤ ਦੇ ਵਿੱਚ, ਨਸ਼ੇਖੋਰੀ ਦੇ ਵਿੱਚ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਔਰ ਮੇਰੀ ਹਾਲਤ ਅੱਛੀ ਨਹੀਂ ਸੀ ਔਰ ਮੇਰਾ ਸਰੀਰ ਵੀ ਜਿਹੜਾ ਹੈ ਉਹ ਮੇਰੇ ਬਸ ਤੋਂ ਬਾਹਰ ਹੋ ਚੁੱਕਾ ਸੀਗਾ ਔਰ ਨਸ਼ੇ ਦਾ ਆਦੀ ਬਣ ਚੁੱਕਾ ਸੀ। ਲੇਕਿਨ ਪ੍ਰਭੂ ਜਿਸ ਨੂੰ ਚੁਣ ਲੈਂਦਾ ਹੈ, ਪ੍ਰਭੂ ਨੇ ਜਿਸ ਕੋਲ ਆਪਣੇ ਕੰਮ ਲੈਣੇ ਹੁੰਦੇ ਆ, ਉਹ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਆਪਣੇ ਵੱਲ ਮੋੜ ਲਿਆਂਦਾ ਹੈ। ਔਰ ਮੇਰੀ ਜ਼ਿੰਦਗੀ ਦੇ ਵਿੱਚ ਵੀ ਐਸਾ ਹੀ ਇੱਕ ਸਮਾਂ ਆ ਗਿਆ ਕਿ ਜਦ ਮੈਂ ਕੋਈ 28-29 ਸਾਲ ਦਾ ਸੀ ਤੇ ਮੈਨੂੰ ਸਾਹ ਦੀ ਤਕਲੀਫ ਕਾਫੀ ਵਧਣ ਲੱਗ ਗਈ। ਸਾਡੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਨੂੰ ਵੀ ਸੀ, ਮੇਰੇ ਦਾਦਾ ਜੀ ਨੂੰ ਵੀ ਸੀ ਔਰ ਮੇਰੇ ਅੰਦਰ ਵੀ ਉਹ ਸਿੰਪਟਮ ਜਿਹੜੇ ਆ ਉਹ ਨਜ਼ਰ ਆਉਣ ਲੱਗ ਗਏ ਸੀ ਔਰ ਮੈਨੂੰ ਸਾਹ ਲੈਣ 'ਚ ਬੜੀ ਤਕਲੀਫ ਹੁੰਦੀ ਸੀ, ਪਰ ਮੈਂ ਫਿਰ ਵੀ ਨਸ਼ੇਖੋਰੀ ਤੋਂ ਬਾਜ਼ ਨਹੀਂ ਆਇਆ। ਸੋ ਇੱਕ ਦਿਨ ਅਚਾਨਕ ਹੀ ਮੈਂ ਬਹੁਤ ਜ਼ਿਆਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੇ ਘਰ ਆਇਆ ਔਰ ਘਰ ਆਉਂਦੇ ਹੀ ਮੈਂ ਮੰਜੇ ਉੱਤੇ ਡਿੱਗ ਗਿਆ ਔਰ ਉਸ ਦਿਨ ਮੇਰੇ ਮਦਰ ਨੇ, ਮੇਰੀ ਮੰਮੀ ਨੇ ਮੇਰੇ ਬੂਟ ਜਿਹੜੇ ਆ ਉਹ ਆਪਣੇ ਹੱਥਾਂ ਦੇ ਨਾਲ ਲਾਏ ਔਰ ਮੈਨੂੰ ਨਸ਼ੇ ਦੀ ਹਾਲਤ ਦੇ ਵਿੱਚ ਵੀ ਸਾਫ਼ ਹੀ ਪਤਾ ਲੱਗ ਰਿਹਾ ਸੀ ਕਿ ਮੇਰੀ ਮਾਂ ਨੇ ਮੇਰੇ ਬੂਟ ਜਿਹੜੇ ਆ ਉਹ ਮੇਰੇ ਪੈਰਾਂ 'ਚੋਂ ਲਾਏ ਔਰ ਮੈਂ ਸਵੇਰੇ ਬਹੁਤ ਹੀ ਇਸ ਗੱਲ ਤੋਂ ਸ਼ਰਮਿੰਦਾ ਹੋ ਗਿਆ ਔਰ ਮੇਰੀ ਮਦਰ ਨੇ ਵੀ ਦੇਖਿਆ ਕਿ ਇਹ ਰਾਤ ਬਹੁਤ ਹੀ ਜ਼ਿਆਦਾ ਇਹ ਨਸ਼ੇ ਦੇ ਵਿੱਚ ਸੀ ਤੇ ਉਹਨਾਂ ਨੇ ਮੈਨੂੰ ਬਿਨਾਂ ਪੁੱਛੇ ਹੀ, ਮਦਰ ਨੇ ਮੇਰੇ ਉੱਠਣ ਤੋਂ ਪਹਿਲਾਂ ਹੀ ਪਾਦਰੀ ਸਾਹਿਬ ਨੂੰ ਘਰੇ ਬੁਲਾਇਆ ਔਰ ਮੈਂ ਨਹਾ ਧੋ ਕੇ ਜਦ ਤਿਆਰ ਹੋਇਆ ਤੇ ਪਾਦਰੀ ਸਾਹਿਬ ਸਾਡੇ ਘਰ ਆ ਗਏ ਔਰ ਉਹਨਾਂ ਨੇ ਮੇਰੇ ਤੇ ਪ੍ਰਾਰਥਨਾ ਕੀਤੀ
ਮੇਰੇ ਸੀਨੇ ਉੱਤੇ ਜਦੋਂ ਉਹਨਾਂ ਨੇ ਹੱਥ ਰੱਖਿਆ ਤੇ ਮੇਰਾ ਸਰੀਰ ਇੱਕਦਮ ਠੰਡਕ ਦਾ ਅਹਿਸਾਸ ਮਹਿਸੂਸ ਕਰਨ ਲੱਗਾ। ਮੈਨੂੰ ਬੜਾ ਅੱਛਾ ਮਹਿਸੂਸ ਹੋਇਆ ਔਰ ਹਲਕਾਪਨ ਮੇਰੇ ਅੰਦਰ ਉਤਰਿਆ ਔਰ ਮੈਂ ਇਸ ਗੱਲ ਤੋਂ ਹੈਰਾਨ ਹੋਇਆ ਕਿ ਇਸ ਇਨਸਾਨ ਨੇ ਆ ਕੇ ਮੇਰੇ ਸੀਨੇ ਉੱਤੇ ਹੱਥ ਰੱਖਿਆ ਔਰ ਮੈਨੂੰ ਬੜੀ ਸ਼ਾਂਤੀ ਜੀ ਮਿਲੀ। ਉਹ ਦਿਨ ਬੀਤ ਗਿਆ ਤੇ ਉਸ ਤੋਂ ਬਾਅਦ 2 ਦਿਨਾਂ ਬਾਅਦ ਐਤਵਾਰ ਦਾ ਦਿਨ ਆ ਗਿਆ। ਪਾਦਰੀ ਸਾਹਿਬ ਜਾਂਦੇ ਹੋਏ ਮੈਨੂੰ ਕਹਿ ਕੇ ਗਏ, ਕਹਿੰਦੇ ਤੁਸੀਂ ਚਰਚ ਜ਼ਰੂਰ ਆਉਣਾ। ਸੋ ਜਦੋਂ ਸੰਡੇ ਆਇਆ, ਸੰਡੇ ਨੂੰ ਮੈਂ ਚਰਚ ਚਲੇ ਗਿਆ, ਲੇਕਿਨ ਮੈਂ ਚਰਚ ਦੇ ਅੰਦਰ ਨਹੀਂ ਵੜਿਆ। ਆਰਾਧਨਾ ਚੱਲ ਰਹੀ ਸੀ, ਉਸ ਤੋਂ ਬਾਅਦ ਪ੍ਰਚਾਰ ਹੋਇਆ। ਮੈਂ ਚਰਚ ਦੇ ਬਾਹਰ ਹੀ ਬੈਠ ਕੇ ਸੁਣਨ ਲੱਗ ਗਿਆ ਔਰ ਮੇਰੇ ਮਨ 'ਚ ਇਹ ਖਿਆਲ ਚੱਲ ਰਿਹਾ ਕਿ ਤੂੰ ਤਾਂ ਬਹੁਤ ਸਾਰੇ ਗੁਨਾਹ ਕੀਤੇ ਤੇ ਤੂੰ ਅੰਦਰ ਕਿਵੇਂ ਜਾ ਸਕਦਾ। ਉਸ ਤੋਂ ਬਾਅਦ ਚਰਚ ਖਤਮ ਹੋਇਆ ਤੇ ਸਾਰੇ ਲੋਕ ਮੈਨੂੰ ਮਿਲੇ ਉੱਥੇ। ਪਾਦਰੀ ਸਾਹਿਬ ਨੇ ਮੈਨੂੰ ਕਿਹਾ ਕਿ ਤੁਹਾਨੂੰ ਮੈਂ ਬੁਲਾਇਆ ਸੀ, ਤੁਸੀਂ ਆਏ ਨਹੀਂ। ਮੈਂ ਕਿਹਾ ਭਾਈ ਸਾਹਿਬ, ਮੈਂ ਅਗਲੇ ਐਤਵਾਰ ਜ਼ਰੂਰ ਚਰਚ ਆਵਾਂਗਾ, ਪਰ ਮੈਂ ਉਹਨਾਂ ਨੂੰ ਦੱਸਿਆ ਨਹੀਂ ਵੀ ਮੈਂ ਆ ਕੇ ਬਾਹਰ ਹੀ ਬੈਠਾ ਸੀ। ਸੋ ਅਗਲੇ ਸੰਡੇ ਜਦੋਂ ਮੈਂ ਚਰਚ ਗਿਆ ਤੇ ਉਹਨਾਂ ਨੇ ਮੈਨੂੰ ਚਰਚ ਦੀ ਚਾਬੀ ਫੜਾਤੀ। ਕਹਿੰਦੇ ਇਹਦਾ ਸਾਰਾ ਸਾਫ ਸਫਾਈ ਦਾ ਜ਼ਿੰਮਾ ਤੁਹਾਡੇ ਸਿਰ ਤੇ ਤੁਸੀਂ ਇਹਨੂੰ ਸੰਭਾਲੋ। ਉਹ ਦਿਨ ਗਿਆ ਔਰ ਅੱਜ ਦਾ ਦਿਨ ਆਇਆ ਤੇ ਮੈਂ ਕਦੀ ਚਰਚ ਤੋਂ ਅਲੱਗ ਨਹੀਂ ਹੋਇਆ। ਔਰ ਜਿੰਨਾ ਮੇਰੇ ਅੰਦਰ ਨਸ਼ੇ ਦੀ ਗੰਦੀ ਲੱਤ ਸੀ ਔਰ ਜਿਹਨਾਂ ਚੀਜ਼ਾਂ ਦਾ ਮੈਂ ਨਸ਼ਾ ਕਰਦਾ ਸੀ, ਉਹ ਸਾਰੀਆਂ ਚੀਜ਼ਾਂ ਤੋਂ ਮੈਂ ਇੱਕਦਮ ਹੀ ਛੁਟਕਾਰਾ ਪਾ ਲਿਆ। ਜਦ ਕਿ ਮੈਨੂੰ ਐਂ ਲੱਗਦਾ ਸੀ ਕਿ ਮੈਂ ਜ਼ਿੰਦਗੀ 'ਚ ਕਦੀ ਇਹਨਾਂ ਚੀਜ਼ਾਂ ਨੂੰ ਛੱਡ ਨਹੀਂ ਪਾਵਾਂਗਾ, ਮਰ ਜਾਵਾਂਗਾ, ਪਰ ਮੇਰੇ ਕੋਲ ਇਹ ਚੀਜ਼ਾਂ ਛੱਡ ਨਹੀਂ ਹੋਣਗੀਆਂ। ਔਰ ਐਸੀ ਸਾਮਰਥ ਦੇਖ ਕੇ, ਐਸੀ ਸ਼ਾਂਤੀ ਦੇਖ ਕੇ ਜੋ ਮੇਰੇ ਮਨ ਵਿੱਚ ਉਤਰੇ, ਮੈਂ ਬੜਾ ਹੀ ਹੈਰਾਨ ਹੁੰਦਾ ਸੀ ਕਿ ਇਹ ਮੇਰੇ ਨਾਲ ਕੀ ਹੋਇਆ। ਔਰ ਉਹ ਦਿਨ ਗਿਆ ਕਿ ਹੌਲੀ ਹੌਲੀ ਮੈਂ ਉਹਨਾਂ ਸਭ ਯਾਰ ਦੋਸਤਾਂ ਤੋਂ ਔਰ ਉਹਨਾਂ ਸਾਰੀਆਂ ਐਸੀ ਚੀਜ਼ਾਂ ਤੋਂ ਮੈਂ ਅਲੱਗ ਹੁੰਦਾ ਗਿਆ ਔਰ ਮੇਰੀ ਜ਼ਿੰਦਗੀ 'ਚੋਂ ਇਹ ਚੀਜ਼ਾਂ ਸਭ ਇੱਕਦਮ ਹੀ ਦੂਰ ਹੋ ਗਈਆਂ ਔਰ ਮੈਂ ਰੈਗੂਲਰ ਸੰਡੇ ਚਰਚ ਦੇ ਹਰ ਇੱਕ ਕੰਮ 'ਚ ਹਿੱਸਾ ਲੈਣ ਲੱਗ ਗਿਆ। ਔਰ ਉਸ ਤੋਂ ਬਾਅਦ ਮੇਰੀ ਸ਼ਾਦੀ ਦੀ ਗੱਲ ਹੋਈ ਔਰ ਸ਼ਾਦੀ ਹੋਈ। ਉਸ ਤੋਂ ਬਾਅਦ ਅਸੀਂ ਮੇਰੇ ਜੋ ਸਸੁਰ ਜੀ ਸੀਗੇ, ਤਾਇਆ ਸਸੁਰ ਜੀ, ਉਹ ਵੀ ਚਰਚ ਦੇ ਪਾਸਟਰ ਸੀ, ਉਹਨਾਂ ਨਾਲ ਸੰਗਤੀ ਸ਼ੁਰੂ ਕਰ ਦਿੱਤੀ। ਤੋ ਸਾਡੇ ਘਰ ਦੇ ਵਿੱਚ ਹੀ ਚਰਚ ਲੱਗਣਾ ਸ਼ੁਰੂ ਹੋ ਗਿਆ ਤੇ ਹਰ ਸੰਡੇ ਉੱਥੇ ਹੀ ਵੱਡੇ ਹਾਲ ਦੇ ਵਿੱਚ ਚਰਚ ਲੱਗਦਾ ਸੀਗਾ। ਔਰ ਇਸ ਪ੍ਰਕਾਰ ਮੇਰੀ ਜ਼ਿੰਦਗੀ ਇੱਕਦਮ ਬਦਲ ਗਈ। ਔਰ ਉਸ ਤੋਂ ਬਾਅਦ ਸਾਡੇ ਉਸੇ ਹੀ ਘਰ ਦੇ ਵਿੱਚ ਪ੍ਰਭੂ ਨੇ ਸਾਨੂੰ ਬੱਚਿਆਂ ਦੀ ਆਸ਼ੀਸ਼ ਵੀ ਦਿੱਤੀ। ਲੇਕਿਨ ਕਦੀ ਮੇਰੇ ਮਨ ਦੇ ਵਿੱਚ ਔਰ ਮੇਰੇ ਕੰਨ ਵੀ ਸੁਣਦੇ ਸੀਗੇ ਇੱਕ ਆਵਾਜ਼ ਨੂੰ ਕਿ ਤੂੰ ਮੇਰੀ ਸੇਵਾ ਲਈ ਤਿਆਰ ਹੋ ਜਾ। ਇੱਕ ਵਾਰੀ ਆਵਾਜ਼ ਆਈ, ਮੈਂ ਕਿਹਾ ਚਲੋ ਵੈਸੇ ਹੀ ਮਨ ਦਾ ਖਿਆਲ ਹੋਏਗਾ। ਲੇਕਿਨ ਦੂਸਰੀ ਵਾਰੀ ਫਿਰ ਉਹੀ ਆਵਾਜ਼ ਆਈ। ਫਿਰ ਮੈਂ ਆਪਣੀ ਗ੍ਰਸਤੀ ਦੇ ਵਿੱਚ ਰੁੱਝਾ ਹੋਇਆ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਇਹ ਕਿਸ ਵਿਸ਼ੇ 'ਚ ਗੱਲ ਹੋ ਰਹੀ ਹੈ। ਲੇਕਿਨ ਜਦੋਂ ਤੀਸਰੀ ਵਾਰੀ ਇਹ ਗੱਲ ਹੋਈ, ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਸੋ ਮੈਂ ਹੋਰ ਗ੍ਰਸਤੀ ਦੇ ਵਿੱਚ ਉਲਝ ਗਿਆ ਔਰ 2 ਬੱਚੇ ਵੀ ਹੋ ਗਏ। ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਮੇਰੇ ਇਕੱਲੇ ਤੇ ਆ ਗਈ। ਔਰ ਇਸ ਦੌਰਾਨ ਉਹ ਆਵਾਜ਼ ਜਦੋਂ ਮੈਨੂੰ ਤੀਸਰੀ ਵਾਰੀ ਆਈ ਤੇ ਮੈਂ ਫਿਰ ਆਪਣੇ ਮਦਰ ਦੇ ਨਾਲ ਔਰ ਆਪਣੀ ਬੀਵੀ ਦੇ ਨਾਲ ਮੈਂ ਇਹ ਗੱਲ ਸਾਂਝੀ ਕੀਤੀ ਵੀ ਇਸ ਤਰੀਕੇ ਨਾਲ ਇਹ 3 ਵਾਰ ਮੇਰੇ ਨਾਲ ਹੋ ਚੁੱਕਾ ਹੈ ਤੇ ਇਹ ਕੀ ਕਰਨਾ ਚਾਹੀਦਾ। ਸੋ ਉਹ ਸਾਡੇ ਹਾਲਾਤ ਹੀ ਕੁਝ ਐਸੇ ਹੋ ਗਏ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਵੀ ਤੰਗੀ ਸ਼ੁਰੂ ਹੋ ਗਈ ਔਰ ਗੁਜ਼ਾਰਾ ਕਰਨਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੜਾ ਹੀ ਔਖਾ ਹੋ ਗਿਆ। ਔਰ ਕਈ ਵਾਰ ਤਾਂ ਸਾਡੇ ਸਾਰੇ ਘਰ ਦੇ ਵਿੱਚੋਂ ਰਾਸ਼ਨ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਬਿਲਕੁਲ ਹੀ ਮੁੱਕ ਜਾਂਦੀਆਂ ਸੀ ਤੇ ਅਸੀਂ ਯਾਨੀ ਐਸੀ ਹਾਲਤ ਦੇ ਵਿੱਚ ਚਲੇ ਗਏ ਕਿ ਅਸੀਂ ਪਾਣੀ ਨਾਲ ਰੋਟੀ ਖਾਣ ਵਾਲਾ ਸਾਡਾ ਹਿਸਾਬ ਹੋ ਗਿਆ। ਸੋ ਮੈਨੂੰ ਇਸ ਪਰੇਸ਼ਾਨੀ ਦੇ ਵਿੱਚ ਦੇਖ ਕੇ ਮੇਰੀ
ਮਦਰ ਨੇ ਔਰ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋ, ਜੋ ਪ੍ਰਭੂ ਕਹਿੰਦਾ ਹੈ ਤੁਸੀਂ ਉੱਧਰ ਨੂੰ ਚਲੋ। ਸੋ ਅਸੀਂ ਚੰਡੀਗੜ੍ਹ ਤੋਂ ਸਭ ਕੁਝ ਵੇਚ ਕੇ ਸਿਰਫ ਅਸੀਂ ਪਾਉਣ ਵਾਲੇ ਆਪਣੇ ਕੱਪੜੇ ਜਿਹੜੇ ਸੀਗੇ ਉਹੀ ਆਪਣੇ ਨਾਲ ਚੱਕੇ। ਅਸੀਂ ਆਪਣੇ ਜੱਦੀ ਘਰ ਜਲੰਧਰ ਦੇ ਵਿੱਚ ਊਟਾ ਪਿੰਡ 'ਚ ਆ ਗਏ। ਸੋ ਉੱਥੇ ਆ ਕੇ ਹੌਲੀ ਹੌਲੀ ਅਸੀਂ ਸੇਵਾ ਦੇ ਵਿੱਚ ਵੀ ਲੱਗ ਗਏ। 2006 ਦੇ ਵਿੱਚ ਮੈਂ ਸੇਵਾ 'ਚ ਰੁੱਝਣਾ ਸ਼ੁਰੂ ਹੋ ਗਿਆ। ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਸੇਵਾ ਸ਼ੁਰੂ ਕੀਤੀ ਔਰ ਸੇਵਾ ਦੇ ਦੌਰਾਨ ਫਿਰ ਸਾਨੂੰ ਮਾਹੂਵਾਲ ਦੇ ਵਿੱਚ ਇੱਕ ਚਰਚ ਮਿਲਿਆ। ਉਸ ਚਰਚ ਦੇ ਵਿੱਚ ਸਾਨੂੰ ਰਹਿਣ ਦੀ ਵੀ ਜਗ੍ਹਾ ਉਹਨਾਂ ਨੇ ਦਿੱਤੀ ਔਰ ਜਦੋਂ ਅਸੀਂ ਉੱਥੇ ਜਾ ਕੇ ਰਹਿਣ ਲੱਗ ਗਏ, ਹੌਲੀ ਬੱਚੇ ਵੀ ਜਿਹੜੇ ਉਸ ਸਮਝਦਾਰ ਹੋ ਗਏ, ਵੱਡੇ ਹੁੰਦੇ ਜਾ ਰਹੇ ਸੀ। ਔਰ ਜਦੋਂ ਉਹ ਬੱਚੇ ਮੇਰੇ ਨਾਲ ਸੇਵਕਾਈ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਰੁੱਝ ਗਏ ਔਰ ਮੈਨੂੰ ਐਂ ਲੱਗਣ ਲੱਗਾ ਕਿ ਹੁਣ ਅਸੀਂ ਸੇਵਕਾਈ ਦੇ ਵਿੱਚ ਬਹੁਤ ਹੀ ਵਧੀਆ ਸਟੇਜ ਦੇ ਵਿੱਚ ਆ ਗਏ ਹਾਂ ਔਰ ਜ਼ਿੰਦਗੀ ਦਾ ਮਜ਼ਾ ਆਉਣ ਲੱਗ ਗਿਆ ਸੀ ਕਿ ਪ੍ਰਭੂ ਨੇ ਬੁਲਾਇਆ ਹੈ ਔਰ ਪ੍ਰਭੂ ਉਹਦਾ ਆਨੰਦ ਵੀ ਦੇ ਰਿਹਾ ਹੈ, ਕਿਉਂਕਿ ਬੱਚੇ ਪ੍ਰਭੂ ਦੇ ਵਿੱਚ ਬਹੁਤ ਹੀ ਜ਼ਿਆਦਾ ਰੁੱਝੇ ਹੋਏ ਸੀਗੇ। ਬੇਟੀ ਬੇਟਾ ਮੇਰੇ ਨਾਲ ਸੇਵਕਾਈ ਦੇ ਵਿੱਚ ਜਾਂਦੇ ਸੀ ਔਰ ਸੇਵਕਾਈ ਦੇ ਵਿੱਚ ਉਹਨਾਂ ਦਾ ਬੜਾ ਹੀ ਯੋਗਦਾਨ ਸ਼ੁਰੂ ਹੋ ਗਿਆ। ਲੇਕਿਨ ਇਸੇ ਦੌਰਾਨ ਜਦੋਂ ਬਿਲਕੁਲ ਮੈਂ ਆਪਣੇ ਇਸੇ ਖਿਆਲ ਦੇ ਵਿੱਚ ਸੀਗਾ ਕਿ ਹੁਣ ਸੇਵਕਾਈ ਜਿਹੜੀ ਆ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਆਨੰਦ ਵਿੱਚ ਚੱਲ ਰਹੀ ਹੈ। ਮੇਰੇ ਬੱਚੇ ਸਕੂਲ ਤੋਂ ਛੁੱਟੀ ਕਰਕੇ ਘਰ ਨੂੰ ਵਾਪਸ ਆ ਰਹੇ ਸੀ ਆਪਣੀ ਸਕੂਲ ਵੈਨ ਦੇ ਵਿੱਚ। ਸੋ ਜਿਸ ਜਗ੍ਹਾ ਅਸੀਂ ਸੇਵਾ ਕਰਦੇ ਸੀ ਉਸ ਜਗ੍ਹਾ ਤੋਂ ਇੱਕ ਰੇਲਵੇ ਟਰੈਕ ਨਿਕਲਦਾ ਔਰ ਉਹ ਰੇਲਵੇ ਟਰੈਕ ਦੇ ਉੱਤੇ ਕੋਈ ਵੀ ਫਾਟਕ ਨਹੀਂ ਲੱਗਾ ਹੋਇਆ ਸੀ, ਮਾਨਵ ਰਹਿਤ ਸੀਗਾ ਤੇ ਬੱਚਿਆਂ ਦੀ ਵੈਨ ਆ ਕੇ ਰੇਲਵੇ ਟਰੈਕ ਦੇ ਉੱਪਰ ਫਸ ਗਈ ਔਰ ਅਚਾਨਕ ਹੀ ਟ੍ਰੇਨ ਜਿਹੜੀ ਆ ਨਕੋਦਰ ਤੋਂ ਲੁਧਿਆਣੇ ਵੱਲ ਜਾਂਦੀ ਸੀ ਉਹ ਉੱਪਰ ਆ ਗਈ ਔਰ ਵੈਨ ਨੂੰ ਰੇਲ ਨੇ ਹਿੱਟ ਕਰ ਦਿੱਤਾ ਔਰ ਹਿੱਟ ਕਰਦੇ ਹੀ ਜਿਸ ਸਾਈਡ ਤੇ ਹਿੱਟ ਕੀਤਾ ਉੱਥੇ ਹੀ ਮੇਰੇ ਦੋਨੋਂ ਬੱਚੇ ਔਰ ਉਹਨਾਂ ਦੀ ਇੱਕ ਫਰੈਂਡ ਸੀ ਉਹ ਉਸੇ ਕੋਨੇ ਤੇ ਸੀ ਔਰ ਉਹ ਬੱਚੇ ਬਾਹਰ ਜਾ ਕੇ ਡਿੱਗ ਗਏ ਔਰ ਕਾਫੀ ਉਹਨਾਂ ਦੀ ਹਾਲਤ ਜਿਹੜੀ ਆ ਉਹ ਨਾਜ਼ੁਕ ਹੋ ਗਈ ਇਸ ਐਕਸੀਡੈਂਟ ਦੇ ਵਿੱਚ ਔਰ ਤਕਰੀਬਨ ਸ਼ਾਮ ਤੱਕ ਇਹ ਤਿੰਨੇ ਬੱਚਿਆਂ ਦੀ ਜਿਹੜੀ ਉਹ ਡੈਥ ਹੋ ਗਈ। ਸੋ ਮੇਰੇ ਲਈ ਇਹ ਇੱਕ ਬਹੁਤ ਹੀ ਵੱਡਾ ਇੱਕ ਸਦਮੇ ਵਾਲਾ ਵੀ ਔਰ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਨੁਕਸਾਨ ਵਾਲਾ ਇਹ ਕੰਮ ਮੇਰੀ ਜ਼ਿੰਦਗੀ 'ਚ ਹੋ ਗਿਆ ਔਰ ਮੈਨੂੰ ਕੁਝ ਸਮਝ ਨਹੀਂ ਆਈ। ਲੇਕਿਨ ਇੱਕ ਸਵਾਲ ਪ੍ਰਭੂ ਦੇ ਅੱਗੇ ਜ਼ਰੂਰ ਉੱਠਣਾ ਸ਼ੁਰੂ ਹੋ ਗਿਆ, ਕਿਉਂਕਿ ਮੈਂ ਆਪਣੇ ਆਲੇ ਦੁਆਲਿਓਂ ਇਹ ਆਵਾਜ਼ ਸੁਣ ਰਿਹਾ ਸੀ, ਲੋਕਾਂ ਦੀ ਗੱਲ ਨੂੰ ਸੁਣ ਰਿਹਾ ਸੀਗਾ ਕਿ ਇਹ ਤੇ ਪ੍ਰਭੂ ਦਾ ਦਾਸ ਸੀ, ਇਹ ਪ੍ਰਭੂ ਦਾ ਕੰਮ ਕਰ ਰਿਹਾ ਸੀ, ਇਹ ਪ੍ਰਭੂ ਦੀ ਸੇਵਾ ਕਰ ਰਿਹਾ ਸੀ, ਇਹਦੇ ਨਾਲ ਕੀ ਹੋ ਗਿਆ। ਸੋ ਮੇਰੇ ਵੀ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਚੱਲਣ ਲੱਗ ਗਈ। ਕੁਝ ਲੋਕ ਇਹ ਕਹਿਣ ਲੱਗ ਗਏ ਕਿ ਇਨਸਾਨ ਦੇ ਪਾਪ ਕਈ ਵਾਰ ਉਹਦੀ ਔਲਾਦ ਦੇ ਅੱਗੇ ਆ ਜਾਂਦੇ। ਸੋ ਐਸੀਆਂ ਗੱਲਾਂ ਦੇ ਨਾਲ ਮੇਰਾ ਮਨ ਪਰੇਸ਼ਾਨ ਹੋਣ ਲੱਗਾ। ਲੇਕਿਨ ਇਸ ਦੇ ਬਾਵਜੂਦ ਜਿਹੜਾ ਮੈਂ ਵਚਨ ਹੁਣੀ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ ਕਿ ਯਿਸੂ ਮਸੀਹ ਕਹਿੰਦੇ ਆ
कि मैं ਤੁਹਾਨੂੰ ਆਪਣੀ ਸ਼ਾਂਤੀ ਦੇ ਜਾਣਾ। ਉਹ ਸ਼ਾਂਤੀ ਮੇਰੇ ਅੰਦਰ ਬਿਲਕੁਲ ਬਰਕਰਾਰ ਸੀ ਔਰ ਦੇਖਣ ਵਾਲੇ ਇਸ ਗੱਲ ਨੂੰ ਕਹਿ ਰਹੇ ਸੀ ਕਿ ਇਸ ਬੰਦੇ ਦੇ 2 ਬੱਚੇ ਸੀ, ਦੋਨੇ ਹੀ ਐਕਸੀਡੈਂਟ ਦੇ ਵਿੱਚ ਮਰ ਗਏ ਹੈ, ਲੇਕਿਨ ਇਹਦੇ ਚਿਹਰੇ ਉੱਤੇ ਇੱਕ ਅਜੀਬ ਜੀ ਚਮਕ ਹੈ, ਇਹਦੇ ਚਿਹਰੇ ਉੱਤੇ ਅਜੀਬ ਇੱਕ ਬੇਫਿਕਰੀ ਹੈ ਔਰ ਮੇਰਾ ਮਨ ਅੰਦਰੋਂ ਬਿਲਕੁਲ ਸਟਰੋਂਗ ਹੋਇਆ ਸੀ ਔਰ ਮੈਨੂੰ ਬਿਲਕੁਲ ਕੋਈ ਘਬਰਾਹਟ ਵਾਲੀ ਗੱਲ ਮੇਰੇ ਮਨ ਦੇ ਅੰਦਰ ਨਹੀਂ ਚੱਲ ਰਹੀ ਸੀ। ਪਰ ਜੋ ਮੇਰੇ ਕੰਨ ਸੁਣ ਰਹੇ ਸੀ ਇਹਨਾਂ ਗੱਲਾਂ ਨੂੰ, ਉਹ ਗੱਲ ਮੈਂ ਰਾਤ ਦੇ ਕੋਈ 3 ਵਜੇ ਦੀ ਗੱਲ ਹੈ ਕਿ ਮੈਂ ਪ੍ਰਭੂ ਦੇ ਅੱਗੇ ਇਹ ਗੱਲ ਰੱਖਤੀ। ਮੈਂ ਕਿਹਾ ਪ੍ਰਭੂ ਵੀ ਇਹ ਮੇਰੇ ਨਾਲ ਕੀ ਹੋਇਆ ਕਿ ਮੈਂ ਤੇ ਤੇਰੀ ਸੇਵਾ ਕਰ ਰਿਹਾ ਸੀ ਤੇ ਅੱਜ ਮੇਰੇ ਕੰਨਾਂ 'ਚ ਇਹ ਆਵਾਜ਼ ਜਾ ਰਹੀ ਹੈ ਕਿ ਇਹ ਮੇਰੇ ਪਾਪ ਹੈ। ਪ੍ਰਭੂ ਨੇ ਮੈਨੂੰ ਆਵਾਜ਼ ਦੇ ਕੇ ਕਿਹਾ, ਇਹ ਉਹੀ ਆਵਾਜ਼ ਸੀ ਜਿਹੜੀ ਮੈਨੂੰ ਸੇਵਾ ਵਿੱਚ ਜਿਸ ਨੇ ਲਿਆਂਦਾ ਕਿ ਤੂੰ ਮੇਰੀ ਸੇਵਾ ਕਰ। ਉਹੀ ਆਵਾਜ਼ ਫਿਰ ਦੁਬਾਰਾ ਮੇਰੇ ਕੰਨਾਂ ਦੇ ਵਿੱਚ ਗੂੰਜੀ ਔਰ ਪ੍ਰਭੂ ਨੇ ਇਹ ਮੇਰੇ ਮਨ ਦੇ ਵਿੱਚ ਇਹ ਗੱਲ ਪਾਈ ਕਿ ਇਹ ਕੰਮ ਸਿਰਫ ਤੂੰ ਹੀ ਕਰ ਸਕਦਾ ਸੀ। ਅਜ਼ੀਜ਼ੋਂ, ਉਸ ਵਕਤ ਮੇਰੀ ਹਾਲਤ ਐਸੀ ਹੋ ਗਈ ਕਿ ਮੈਂ ਇਕੱਲਾ ਹੀ ਸੀਗਾ ਉਸ ਚਰਚ ਦੇ ਵਿੱਚ ਰਾਤ ਦੇ ਵਕਤ। ਬਾਕੀ ਲੋਕ ਤਕਰੀਬਨ ਸੋ ਗਏ, ਲੇਕਿਨ ਮੈਂ ਪ੍ਰਭੂ ਦੇ ਨਾਲ ਇਹ ਗੱਲ ਕਰ ਰਿਹਾ ਸੀ ਕਿ ਪ੍ਰਭੂ ਇਹ ਮੇਰੇ ਨਾਲ ਕੀ ਹੋਇਆ। ਪ੍ਰਭੂ ਨੇ ਜਦੋਂ ਜਵਾਬ ਦਿੱਤਾ ਤੇ ਇੱਕ ਅਜੀਬ ਸ਼ਾਂਤੀ, ਇੱਕ ਤਸੱਲੀ ਔਰ ਦਲੇਰੀ ਮੇਰੇ ਮਨ ਦੇ ਵਿੱਚ ਫਿਰ ਦੁਬਾਰਾ ਉਤਰੀ। ਜਦੋਂ ਪ੍ਰਭੂ ਨੇ ਮੈਨੂੰ ਇਹ ਗੱਲ ਕਹੀ ਕਿ ਇਹ ਕੰਮ ਸਿਰਫ ਤੂੰ ਹੀ ਕਰ ਸਕਦਾ ਸੀ, ਤੇ ਮੈਂ ਇੱਦਾਂ ਹੀ ਚਰਚ ਦੇ ਵਿੱਚ ਕ੍ਰਾਸ ਲੱਗੀ ਹੋਈ ਹੈ ਤੇ ਮੈਂ ਉਧਰ ਨੂੰ ਮੂੰਹ ਕਰਕੇ ਸਿੱਧਾ ਹੀ ਲੰਮਾ ਪੈ ਗਿਆ। ਦੰਡਵਤ ਕਰਕੇ ਮੈਂ ਪ੍ਰਭੂ ਨੂੰ ਕਿਹਾ, ਪ੍ਰਭੂ ਮੈਂ ਤੇ ਐਵੇਂ ਦਾਅਵੇ ਕਰਦਾ ਫਿਰਦਾ ਕਿ ਮੈਂ ਤੇਰੇ ਤੇ ਵਿਸ਼ਵਾਸ ਕਰਦਾ, ਲੇਕਿਨ ਵਿਸ਼ਵਾਸ ਤੇ ਤੂੰ ਮੇਰੇ ਤੇ ਕਰਦਾ, ਵਿਸ਼ਵਾਸ ਤੇ ਤੂੰ ਮੇਰੇ ਤੇ ਕੀਤਾ ਕਿ ਤੂੰ ਇਹ ਕੰਮ ਜਿਹੜਾ ਹੈ ਇਹ ਮੇਰੇ ਤੋਂ ਲਿਆ। ਔਰ ਮੇਰੇ ਮਨ ਨੂੰ ਇਹ ਤਸੱਲੀ ਹੋ ਗਈ ਕਿ ਇਹ ਮੇਰੇ ਗੁਨਾਹਾਂ ਦੇ ਕਾਰਨ ਨਹੀਂ ਹੋਇਆ। ਮੇਰੇ ਗੁਨਾਹ ਤੇ ਯਿਸੂ ਮਸੀਹ ਨੇ ਮੈਨੂੰ ਸੇਵਾ 'ਚ ਲਿਆਉਣ ਤੋਂ ਪਹਿਲਾਂ ਹੀ ਆਪਣੇ ਲਹੂ ਨਾਲ ਧੋਤੇ। ਸੋ ਅਜ਼ੀਜ਼ੋ, ਪਰਮੇਸ਼ਰ ਬੜਾ ਭਲਾ ਹੈ। ਇੱਕ ਗੱਲ ਫਿਰ ਪ੍ਰਭੂ ਨੇ ਮੇਰੇ ਮਨ 'ਚ ਪਾਈ ਕਿ ਤੂੰ ਕਦੀ ਮੈਨੂੰ ਆਪਣੇ ਹੋਠਾਂ ਤੋਂ ਮੰਦਾ ਨਾ ਕਹੀ ਔਰ ਮੇਰੇ ਲੋਕਾਂ ਦੇ ਅੱਗੇ ਕਦੀ ਵੀ ਆਪਣਾ ਹੰਝੂ ਨਾ ਵਹਾਈ। ਸੋ ਮੈਂ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਰੱਖਿਆ ਔਰ ਜੋ ਕੁਝ ਵੀ ਹੋਣਾ ਸੀ ਉਹ ਹੋ ਗਿਆ। ਫਿਰ ਬੱਚਿਆਂ ਨੂੰ ਲਿਆਂਦਾ ਗਿਆ ਮੋਰਚਰੀ ਦੇ ਵਿੱਚੋਂ ਔਰ ਉਹਨਾਂ ਦੇ ਦਫਨਾਉਣ ਦੀ ਰਸਮ ਜਿਹੜੀ ਹੈ ਉਸ ਨੂੰ ਕੀਤਾ ਜਾਣਾ ਸੀ। ਬੇਟੀ ਇੱਕ ਸਾਈਡ ਤੇ ਕਫਨ ਦੇ ਵਿੱਚ ਸੀ, ਬੇਟਾ ਇੱਕ ਸਾਈਡ ਤੇ ਕਫਨ ਦੇ ਵਿੱਚ ਸੀ। ਬਹੁਤ ਹੀ ਦੁੱਖ ਵਾਲਾ ਸਮੇਂ ਔਰ ਹਾਹਾਕਾਰ ਦੇ ਨਾਲ ਭਰਿਆ ਹੋਇਆ ਉਹ ਸਮੇਂ ਸੀ ਔਰ ਯਾਰ ਦੋਸਤ ਰਿਸ਼ਤੇਦਾਰ ਸਭ ਧਾਹਾਂ ਮਾਰ ਮਾਰ ਕੇ ਰੋ ਰਹੇ ਸੀ ਕਿ ਇਹ ਕੈਸਾ ਦਿਨ ਆ ਗਿਆ। ਲੇਕਿਨ ਮੇਰੇ ਅੰਦਰ ਉਹ ਸ਼ਾਂਤੀ ਐਸੀ ਪ੍ਰਵੇਸ਼ ਕੀਤੀ, ਨਾ ਮੇਰੇ ਹੋਠਾਂ ਤੋਂ ਉਸ ਪਰਮੇਸ਼ਵਰ ਦੇ ਲਈ ਕੋਈ ਨਿੰਦਾ ਦਾ ਸ਼ਬਦ ਨਿਕਲਿਆ ਔਰ ਨਾ ਹੀ ਮੈਂ ਆਪਣੇ ਪ੍ਰਭੂ ਨੂੰ ਕੋਸਿਆ। ਇਹ ਮੇਰੀ ਤਾਕਤ ਨਹੀਂ ਸੀ। ਇਹ ਜਿਹੜੀ ਗੱਲ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਪਾਈ ਕਿ ਇਹ ਕੰਮ ਤੂੰ ਹੀ ਕਰ ਸਕਦਾ ਸੀ। ਯਿਸੂ ਮਸੀਹ ਨੂੰ, ਜਿਸ ਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਨਾਲ ਕੀ ਕੀ ਹੋਣ ਜਾ ਰਿਹਾ ਹੈ ਔਰ ਗਤਸਮਨੀ ਦੇ ਬਾਗ ਦੇ ਵਿੱਚ ਜੋ ਗੱਲਾਂ ਪ੍ਰਭੂ ਯਿਸੂ ਨੇ ਪਰਮੇਸ਼ਵਰ ਦੇ ਨਾਲ ਕੀਤੀਆਂ ਕਿ ਹੋ ਸਕੇ ਤੇ ਇਹ ਪਿਆਲਾ ਮੇਰੇ ਤੋਂ ਟਲ ਜਾਏ, ਪਰ ਫਿਰ ਵੀ
मेरी इच्छा नहीं, पिता तेरी इच्छा पूरी हो। ऐसे वचन मेरे मन च खुदा ने पा के मैनू होर दलेरी दे दी और तकरीबन कोई 2000 लोगों के इकट्ठ दे विच प्रभु ने जो मैनू प्रेरणा दी सी कि इन्हां लोगों के अगे तू अपना एक भी हंझू नहीं बहाना ते ना मैनू मंदा कहना है। ये गवाही मैनू उस जगह ते देनी पई कि कोई भी इंसान परमेश्वर नू मंदा ना आखे, क्योंकि परमेश्वर ही जानता है कि साडे लिए की भला है। अजीजो, असी जानते नहीं कि साडे लिए की भला, लेकिन परमेश्वर जानता है। और यीशु मसीह जी ने यह गल सिद्ध करके दिखाई कि यीशु मसीह जी ने वो महान कुर्बानी देण दे लई अपने आप को समर्पित करता उस पिता के अगे, जिस पिता ने इस मकसद के नाल ही यीशु मसीह को इस धरती उत्ते पैदा किया और अपनी सेवा उस दे जरिए लई अपने वचनों को सिद्ध किया। और वही यीशु मसीह मैनू तुहानू ये कहता है कि मैं अपनी शांति तुहानू दे ही जाना है। तो अजीजो, जो वो शांति मन के अंदर उतरती है, उसका उदाहरण यीशु मसीह ने सलीब उत्ते जाके दिता कि उन्होंने किस प्रकार ताड़ना दी गई, किस प्रकार उन्होंने कोड़ियां की मारना मारिया गया, कंडियां का ताज बनाया गया, उन्होंने सारी रात ही ताड़ना में रखा गया और सलीब उत्ते चढ़ा दिता गया, हत्थां पैरों में किल ठकवा दिते गए, पसली विच नेजा मारिया गया। पर यीशु मसीह ने पिता नूं कोसिया नहीं। यीशु मसीह शांत रहे और शांत रह के ये गल कही कि पिता ये नहीं जानते कि ये की करते हैं, तो इन्हों माफ़ कर। सो अजीजो, ये शांति का संदेश, शांति का राजकुमार जो साडे दिलों उत्ते राज करता है। दुनिया का जिन्ना मर्जी वड्डा दुख क्यों ना साडे उत्ते आ जाए, जदों उसकी शांति साडे मन में आ जाती, जिहड़ी अपनी शांति यीशु मसीह दी है, वो साडे हिरदे विच आ जाती है, तो अजीजो वड्डे तो वड्डा दुख भी सहण की हिम्मत साडे अंदर पैदा कर दिंदा। सो मेरे अंदर वही शांति ने प्रवेश किया और यीशु मसीह का मैं गवाह बन गया। और मैनू बहुत वड्डे वड्डे प्रभु के दासां ने फोन करके तसल्ली दी, अयूब का उदाहरण दिता कि अयूब के नाल भी एवं ही होया, पर अयूब ने अपनी जुबान तो परमेश्वर को मंदा नहीं किया। और इन्हां वचनों ने मैनू होर दलेरी बख्शनी शुरू कर दी। और अज तक मैं कभी भी अपना हंझू किसी के अगे बहाया नहीं। मैं उस टाइम प्रभु के अगे एक गल कही, मैं कहा प्रभु, फिर मैं अपना दुख, अपना दिल किनू चीर के दिखावांगा कि मेरे मन को तसल्ली मिले। तो प्रभु ने उदों मैनू कहा कि तू मेरे अगे आना है, तू मेरे नाल गल करनी है, मेरे अगे होना है। सो खुदा बड़ा मेहरबान है। तो असी प्रभु अगे फिर प्रार्थना करनी शुरू की। कोई 7-8 महीनों बाद मेरी मदर की भी डैथ हो गई, क्योंकि बच्चों का सदमा वो सह नहीं सकी, उसकी भी डैथ हो गई। और मैं और मेरी बीवी असी दोनों कल्ले रह गए। और मेरी बीवी ने मेरा बहुत साथ दिता, कहते तुसी घबराओ नहीं, अगर प्रभु ने कहा है कि तुसी इस गल को याद करके कभी भी रोना नहीं है, तो कभी तुसी मेरी अख च भी हंझू नहीं देखो। सो चीज़ों के यीशु मसीह की शांति जिहड़ी इंसानों के अंदर प्रवेश करके उन्होंने इन्ना दलेर बना देंदी है कि असी सच्चे यीशु मसीह के गवाह बन जाते हैं। सो उस तो बाद लोग सानू फिर इस गल लई उकसाण लग गए, साडे बारे गल्लां करन लग गए, कहंदे तुसी
ਸਾਡੇ ਕੋਲੋਂ ਬੱਚਾ ਲੈ ਲਓ, ਇਕੱਲੇ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰੋਗੇ। ਸੋ ਅਸੀਂ ਫਿਰ ਉਸੇ ਪਰਮੇਸ਼ਵਰ ਦੇ ਅੱਗੇ, ਉਸੇ ਸ਼ਾਂਤੀ ਦਾਤਾ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਕਿ ਪ੍ਰਭੂ ਜੀ, ਅੱਜ ਸਾਨੂੰ ਫਿਰ ਉਹ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਿਨ੍ਹਾਂ ਦਾ ਜਵਾਬ ਅਸੀਂ ਨਹੀਂ ਦੇ ਸਕਦੇ, ਇਹ ਜਵਾਬ ਤੁਸੀਂ ਦੇ ਸਕਦੇ। ਤੇ ਪ੍ਰਭੂ ਨੇ ਮੇਰੀ ਵਾਈਫ ਨੂੰ ਦਰਸ਼ਨ ਦਿੱਤਾ। ਇਬਰਾਹਿਮ ਦੀ ਜ਼ਿੰਦਗੀ ਨੂੰ ਦੇਖੋ, ਬਸ ਇੰਨੀ ਗੱਲ ਹੀ ਕਹੀ, ਇਬਰਾਹਿਮ ਦੀ ਜ਼ਿੰਦਗੀ ਨੂੰ ਦੇਖੋ। ਔਰ ਉਸ ਤੋਂ ਕੁਝ ਮਹੀਨਿਆਂ ਬਾਅਦ ਹੀ ਪ੍ਰਭੂ ਨੇ ਸਾਨੂੰ ਆਸ਼ੀਸ਼ ਦਿੱਤੀ। ਲੇਕਿਨ ਸਮੇਂ 3.5 ਸਾਲ ਦਾ ਬੀਤ ਚੁੱਕਾ ਸੀ। ਨਾ ਬੱਚਿਆਂ ਦੀ ਡੈਥ ਤੋਂ ਬਾਅਦ 3.5 ਸਾਲ ਦਾ ਸਮਾਂ ਬੀਤ ਚੁੱਕਾ ਸੀ, ਔਰ ਪ੍ਰਭੂ ਨੇ ਫਿਰ ਦੁਬਾਰਾ ਸਾਨੂੰ ਉਹ ਬੱਚੇ ਦੀ ਆਸ਼ੀਸ਼ ਦਿੱਤੀ। ਔਰ ਸਾਨੂੰ ਇੱਕ ਵਾਰ ਫਿਰ ਉਸਨੇ ਦਲੇਰ ਕਰ ਦਿੱਤਾ ਕਿ ਤੁਸੀਂ ਮੇਰੀ ਸ਼ਾਂਤੀ ਚੋਂ ਬਾਹਰ ਨਹੀਂ ਜਾਣਾ ਔਰ ਨਾ ਮੇਰੇ ਕੰਮ ਨੂੰ ਛੱਡਣਾ, ਕਿਉਂਕਿ ਵਚਨ ਹੀ ਦੱਸਦਾ ਹੈ ਕਿ ਜਿਹਨੂੰ ਉਹ ਚੁਣ ਲੈਂਦਾ ਹੈ, ਨਾ ਤੇ ਉਸ ਨੂੰ ਉਹ ਤਿਆਗਦਾ ਤੇ ਨਾ ਹੀ ਉਹਨੂੰ ਅਨਾਥ ਛੱਡਦਾ। ਕਿਉਂਕਿ ਉਹ ਵਚਨ ਦੇ ਵਿੱਚ ਸਾਨੂੰ ਇਹ ਦਲੇਰੀ ਦਿੰਦਾ, ਕਹਿੰਦਾ ਇੱਕ ਦੁੱਧ ਪਿਲਾਉਣ ਵਾਲੀ ਮਾਂ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ, ਪਰ ਮੈਂ ਕਹਿੰਦਾ ਕਦੀ ਵੀ ਤੁਹਾਨੂੰ ਭੁੱਲਾਂਗਾ ਨਹੀਂ। ਸੋ ਅੱਜ ਤੱਕ ਉਹੀ ਪ੍ਰਭੂ ਯਿਸੂ ਮਸੀਹ ਦੀ ਸ਼ਾਂਤੀ, ਉਹਦਾ ਪਿਆਰ ਸਾਡੇ ਅੰਦਰ ਹੈ। ਔਰ ਇਹ ਆਤਮਿਕ ਫਲ ਸਾਡੇ ਅੰਦਰ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਹੀ ਸਾਨੂੰ ਦੁੱਖਾਂ ਤੋਂ ਲੜਨ ਦੀ ਤਾਕਤ ਬਖਸ਼ਦਾ ਹੈ। ਔਰ ਪਰਮੇਸ਼ਵਰ ਦਾ ਆਤਮਾ ਹਮੇਸ਼ਾ ਸਾਡੇ ਨਾਲ ਦਲੇਰੀ ਦੇ ਨਾਲ ਖੜਾ ਰਹਿੰਦਾ, ਸਾਡੀ ਮਦਦ ਕਰਦਾ ਹੈ। ਸੋ ਮੈਂ ਪ੍ਰਭੂ ਯਿਸੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿਸ ਤਰੀਕੇ ਨਾਲ ਉਸਨੇ ਮੇਰੀ ਜ਼ਿੰਦਗੀ 'ਚ ਕੰਮ ਕੀਤਾ ਕਿ ਮੈਂ ਤੇ ਜਵਾਨੀ ਦੇ ਵਿੱਚ ਹੀ ਨਾਸ਼ ਹੋਣ ਵਾਲਾ ਸੀ, ਲੇਕਿਨ ਅੱਜ ਉਸਨੇ ਆਪਣਾ ਗਵਾਹ ਬਣਾ ਕੇ ਮੈਨੂੰ ਇਹ ਦਲੇਰੀ ਬਖਸ਼ੀ ਹੈ ਕਿ ਦਲੇਰੀ ਦੇ ਨਾਲ ਮੈਂ ਇਸ ਗਵਾਹੀ ਨੂੰ ਦਾਂ ਕਿ ਪ੍ਰਭੂ ਨੇ ਜੋ ਦਿੱਤਾ ਸੀ ਉਹ ਪ੍ਰਭੂ ਦੇ ਕੋਲ ਹੈ। ਲੇਕਿਨ ਆਪਣੀ ਗਵਾਹੀ ਉਹਨੇ ਸਾਨੂੰ ਐਸੀ ਦਿੱਤੀ ਹੈ ਕਿ ਜਦੋਂ ਅਸੀਂ ਇਸ ਗਵਾਹੀ ਨੂੰ ਉਹਨਾਂ ਹੁੱਸੇ ਹੋਏ ਲੋਕਾਂ ਦੇ ਨਾਲ, ਉਹਨਾਂ ਬੇਦਿਲ ਲੋਕਾਂ ਦੇ ਨਾਲ ਅਸੀਂ ਜਾ ਕੇ ਇਹਨੂੰ ਵੰਡਦੇ ਹਾਂ ਤੇ ਉਹਨਾਂ ਦੇ ਅੰਦਰ ਵੀ ਉਹੀ ਸ਼ਾਂਤੀ, ਉਹੀ ਪ੍ਰਭੂ ਦਾ ਆਤਮਾ ਕੰਮ ਕਰਨ ਲੱਗ ਜਾਂਦਾ ਹੈ ਕਿ ਉਹ ਮੁੜ ਦਲੇਰ ਹੋ ਜਾਂਦੇ ਆ ਕਿ ਪ੍ਰਭੂ ਯਿਸੂ ਹੀ ਸਭ ਕੁਝ ਹੈ, ਜੋ ਸਾਰੇ ਦੁੱਖਾਂ ਨੂੰ ਸਹਿਣ ਦੀ ਤਾਕਤ ਬਖਸ਼ਦਾ ਹੈ ਔਰ ਮੁੜ ਕੇ ਉਹ ਹਰਿਆ ਭਰਿਆ ਕਰ ਦਿੰਦਾ ਹੈ। ਸੋ ਅਜ਼ੀਜ਼ੋ, 2 ਬੱਚੇ ਜ਼ਰੂਰ ਸਾਡੇ ਚਲੇ ਗਏ, ਕਿਉਂਕਿ ਹਰ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਹੈ। ਬੱਚੇ ਜਿਵੇਂ ਜਿਵੇਂ ਜਵਾਨ ਹੁੰਦੇ ਆ, ਬਹੁਤ ਸਾਰੇ ਖਿਆਲ ਮਨ ਦੇ ਵਿੱਚ ਆਉਂਦੇ ਆ, ਚਾਹੇ ਉਹ ਸਭ ਕੁਝ ਅਧੂਰਾ ਰਹਿ ਗਿਆ, ਲੇਕਿਨ ਪ੍ਰਭੂ ਨੇ ਐਸੀ ਤਸੱਲੀ ਬਖਸ਼ ਦਿੱਤੀ ਕਿ ਅੱਜ ਤੱਕ ਸਾਨੂੰ ਉਹਦਾ ਕਦੀ ਖਿਆਲ ਵੀ ਆਏ ਤੇ ਦਿਲ ਵਿੱਚ ਗਮ ਨਹੀਂ ਹੁੰਦਾ। ਔਰ ਜੋ ਬੱਚੀ ਸਾਨੂੰ ਅੱਜ ਬਖਸ਼ੀ ਹੈ ਉਸਨੇ, ਉਹਦੇ ਅੰਦਰ ਪ੍ਰਭੂ ਨੇ ਆਪਣੀ ਆਤਮਾ ਦਾ ਅਭਿਸ਼ੇਕ ਛੱਡਿਆ ਔਰ ਉਹ ਵੀ ਆਰਾਧਨਾ ਕਰਨ ਦੇ ਵਿੱਚ, ਪ੍ਰਭੂ ਦਾ ਸ਼ਬਦ ਬੋਲਣ ਦੇ ਵਿੱਚ ਹੁਣ ਤੋਂ ਹੀ ਬਹੁਤ ਦਲੇਰ ਹੈ। ਔਰ ਜਦੋਂ ਅਸੀਂ ਉਸ ਨੂੰ ਪ੍ਰਭੂ ਦੇ ਵਚਨ ਬੋਲਦੇ ਸੁਣਦੇ ਹਾਂ, ਪ੍ਰਭੂ ਦਾ ਭਜਨ ਕੀਰਤਨ ਕਰਦੇ ਦੇਖਦੇ ਹਾਂ, ਤੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ, ਬੜੀ ਹੀ ਤਸੱਲੀ ਮਿਲਦੀ ਹੈ ਕਿ ਖੁਦਾ ਕੀ ਨਹੀਂ ਕਰ ਸਕਦਾ। ਖੁਦਾ ਤੇ ਖੁਦਾ ਹੀ ਹੈ, ਉਹ ਸਭ ਕੁਝ ਹੀ ਕਰ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਉਹ ਸਾਡੇ ਪਾਪ क्षमा ਕਰ ਦਿੰਦਾ ਹੈ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਲਈ। ਔਰ ਉਹਦੀ ਦਲੇਰੀ ਅੱਜ ਵੀ ਸਾਡੇ ਨਾਲ ਹੈ। ਅੱਜ ਵੀ ਅਸੀਂ ਪ੍ਰਭੂ ਦੀ ਸੇਵਾ ਕਰ ਰਹੇ, ਉਹਦੀ ਸੇਵਾ 'ਚ ਰੁੱਝੇ ਹੋਏ ਹਾਂ ਔਰ ਉਹ ਸਾਨੂੰ ਦੁਨਿਆਵੀ ਵੀ ਔਰ ਆਤਮਿਕ ਵੀ ਆਸ਼ੀਸ਼ਾਂ ਦੇ ਨਾਲ ਮਾਲਾ ਮਾਲ ਕਰਦਾ ਜਾ ਰਿਹਾ ਹੈ। ਸਾਨੂੰ ਆਪਣੇ ਪ੍ਰਭੂ ਤੋਂ ਕੋਈ ਵੀ ਰੋਸ਼ ਨਹੀਂ ਹੈ ਔਰ ਨਾ ਹੀ ਉਸ ਤੋਂ ਕੋਈ ਵੀ ਗਿਲਾ ਹੈ,
ਕਿ ਇਹ ਸਾਡੇ ਨਾਲ ਇਹ ਕੀ ਹੋ ਗਿਆ, ਲੇਕਿਨ ਜੋ ਕੁਝ ਵੀ ਹੋਇਆ ਉਹ ਭਲਾ ਹੀ ਹੋਇਆ। ਜਿਸ ਦਿਨ ਸਾਡੇ ਬੱਚਿਆਂ ਦਾ ਐਕਸੀਡੈਂਟ ਹੋਇਆ, ਪ੍ਰਭੂ ਨੇ ਉਸ ਰਾਤ ਹੀ ਮੇਰੇ ਸਵਾਲ ਕਰਦੇ ਹੀ ਮੈਨੂੰ ਇਹ ਜਵਾਬ ਵੀ ਦਿੱਤਾ, ਕਹਿੰਦਾ ਤੂੰ ਤੇ ਆਪਣੇ ਬੱਚਿਆਂ ਨੂੰ ਹਰ ਰੋਜ਼ ਮੌਤ ਦੇ ਮੂੰਹ ਦੇ ਵਿੱਚ ਧਕੇਲ ਦਿੰਦਾ ਸੀ, ਪਰ ਕਹਿੰਦਾ ਦੇਖ ਮੈਂ ਇਹਨਾਂ ਨੂੰ ਕਿੱਥੇ ਰੱਖਿਆ। ਇੱਕ ਵੱਡੀ ਸਾਰੀ ਸਕਰੀਨ ਮੇਰੇ ਸਾਹਮਣੇ ਚੱਲਣ ਲੱਗ ਗਈ ਉਸ ਰਾਤ, ਜਿੱਥੇ ਮੈਂ ਆਪਣੇ ਬੱਚਿਆਂ ਨੂੰ ਦੇਖਿਆ, ਉਹਨਾਂ ਦੇ ਸਿਰ ਉੱਤੇ ਮੁਕਟ ਰੱਖੇ ਹੋਏ ਸੋਨੇ ਦੇ, ਔਰ ਅੱਛੀਆਂ ਉਹਨਾਂ ਦੇ ਪੁਸ਼ਾਕਾਂ ਪਾਈਆਂ ਹੋਈਆਂ, ਔਰ ਉਹਨਾਂ ਦੇ ਚਿਹਰੇ ਉੱਤੇ ਉਹ ਨੂਰ ਸੀ। ਕਹਿੰਦਾ ਤੂੰ ਐਵੇਂ ਰੱਖ ਸਕਦਾ ਇਹਨਾਂ ਨੂੰ? ਮੈਂ ਕਿਹਾ ਪ੍ਰਭੂ ਜੀ ਮੈਂ ਤੇ ਇਹ ਸੋਚ ਵੀ ਨਹੀਂ ਸਕਦਾ। ਜਦੋਂ ਅਸੀਂ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਸੋਨੇ ਦੀਆਂ ਸੜਕਾਂ ਦਾ ਵੀ ਜ਼ਿਕਰ ਕੀਤਾ ਗਿਆ। ਸੋ ਅਜ਼ੀਜ਼ੋ, ਪਰਮੇਸ਼ਵਰ ਬੜਾ ਭਲਾ ਹੈ, ਉਹ ਸਾਡੀ ਰੂਹ ਦੇ ਨਾਲ ਪਿਆਰ ਕਰਦਾ ਹੈ। ਸੋ ਇਸ ਲਈ ਜਿਸਮ ਉੱਤੇ ਜਿੰਨੀ ਮਰਜ਼ੀ ਤਾੜਨਾ ਕਿਉਂ ਨਾ ਆ ਗਈ, ਯਿਸੂ ਮਸੀਹ ਨੇ ਪਰਮੇਸ਼ਵਰ ਦੇ ਅੱਗੇ, ਯਹੋਵਾ ਪਿਤਾ ਦੇ ਅੱਗੇ ਉਹਨੇ ਕੋਈ ਵੀ ਰੋਸ਼ ਨਹੀਂ ਪ੍ਰਗਟ ਕੀਤਾ, ਬਲਕਿ ਉਹਨੇ ਕਿਹਾ ਕਿ ਮੇਰੀ ਨਹੀਂ ਬਲਕਿ ਪਿਤਾ ਤੇਰੀ ਇੱਛਾ ਪੂਰੀ ਹੋਏ। ਸੋ ਅਜ਼ੀਜ਼ੋ, ਸਰੀਰ ਦੇ ਕਸ਼ਟਾਂ ਤੋਂ, ਸਰੀਰ ਦੇ ਦੁੱਖਾਂ ਤੋਂ ਕਦੀ ਵੀ ਤੁਸੀਂ ਘਬਰਾਣਾ ਨਹੀਂ। ਤੁਹਾਡੇ ਸਾਹਮਣੇ ਪ੍ਰਭੂ ਨੇ ਮੈਨੂੰ ਵੀ ਦਲੇਰੀ ਬਖਸ਼ੀ, ਔਰ ਖੁਦਾ ਹੀ ਹੈ, ਉਹ ਯਿਸੂ ਮਸੀਹ ਹੈ ਜੋ ਸਾਨੂੰ ਦਲੇਰੀ ਬਖਸ਼ਦਾ, ਔਰ ਅਸੀਂ ਸਾਰੀਆਂ ਚੀਜ਼ਾਂ ਨੂੰ ਸਹਿ ਸਕਦੇ ਹਾਂ। ਮੈਨੂੰ, ਮੇਰੀ ਪਤਨੀ ਨੂੰ ਇਹ ਸਹਿਣ ਦੀ ਤਾਕਤ ਬਖਸ਼ੀ, ਔਰ ਅੱਜ ਅਸੀਂ ਯਿਸੂ ਮਸੀਹ ਜੀ ਦੇ ਵਿੱਚ ਪੂਰੀ ਸ਼ਾਂਤੀ ਔਰ ਆਨੰਦ ਦਾ ਭਰਪੂਰ ਜੀਵਨ ਗੁਜ਼ਾਰ ਰਹੇ ਹਾਂ। ਸਾਨੂੰ ਕਿਸੇ ਵੀ ਗੱਲ ਦੀ ਕੋਈ ਵੀ ਘਟੀ ਨਹੀਂ ਹੈ, ਬਲਕਿ ਦਲੇਰੀ ਦੇ ਨਾਲ ਹਰ ਜਗ੍ਹਾ ਅਸੀਂ ਇਸ ਗਵਾਹੀ ਦਾ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਹੈ ਜੋ ਸ਼ਾਂਤੀ ਦੇਣ ਵਾਲਾ, ਯਿਸੂ ਮਸੀਹ ਹੈ ਜੋ ਦੁੱਖਾਂ ਤੋਂ ਛੁਡਾਉਣ ਵਾਲਾ, ਯਿਸੂ ਮਸੀਹ ਹੈ ਜੋ ਚੰਗਿਆਈ ਦੇਣ ਵਾਲਾ। ਕਿਉਂਕਿ ਵਚਨ ਹੀ ਦੱਸਦਾ ਕਿ ਉਹ ਘਾਇਲ ਵੀ ਕਰਦਾ ਹੈ ਤੇ ਮੱਲਮ ਵੀ ਲਗਾਉਂਦਾ ਹੈ। ਅਗਰ ਅਸੀਂ ਘਾਇਲ ਵੀ ਹੋ ਜਾਂਦੇ ਹਾਂ ਤੇ ਮੱਲਮ ਵੀ ਉਹੀ ਲਗਾਉਂਦਾ ਹੈ, ਕਿਉਂਕਿ ਉਹਨੇ ਆਪਣੇ ਵਚਨ 'ਚ ਕਿਹਾ, ਕਹਿੰਦਾ ਜਿਵੇਂ ਜਗਤ ਸ਼ਾਂਤੀ ਦਿੰਦਾ ਹੈ, ਕਹਿੰਦਾ ਮੈਂ ਤੁਹਾਨੂੰ ਉਦਾਂ ਨਹੀਂ ਦਿੰਦਾ। ਜਗਤ ਦੀ ਤਸੱਲੀ ਦੇ ਵਿੱਚ ਡਰ ਔਰ ਖੌਫ ਹੈ, ਲੇਕਿਨ ਜਿਹੜੀ ਸ਼ਾਂਤੀ, ਜਿਹੜੀ ਤਸੱਲੀ ਯਿਸੂ ਮਸੀਹ ਸਾਨੂੰ ਦਿੰਦੇ ਆ, ਉਹਦੇ ਵਿੱਚ ਦਲੇਰੀ ਹੈ, ਉਹਦੇ ਵਿੱਚ ਪਰਮੇਸ਼ਵਰ ਦੇ ਆਤਮਾ ਦਾ ਦਖਲ ਹੈ, ਜੋ ਸਾਨੂੰ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਲੈ ਜਾਂਦਾ ਹੈ, ਔਰ ਅਸੀਂ ਦਲੇਰੀ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਹਾਂ। ਸੋ ਅੱਜ ਪ੍ਰਭੂ ਦਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ RMS ਇੰਡੀਆ ਨਿਊਜ਼ ਦਾ, ਜਿਨ੍ਹਾਂ ਨੇ ਅੱਜ ਇਹ ਮੌਕਾ ਦਿੱਤਾ ਕਿ ਇਸ ਗਵਾਹੀ ਨੂੰ ਤੁਹਾਡੇ ਨਾਲ ਵੰਡਿਆ ਜਾਏ, ਤਾਂ ਕਿ ਸੇਵਕਾਈ ਦੇ ਵਿੱਚ ਆ ਰਹੇ ਉਹਨਾਂ ਨਵੇਂ ਭਾਈਆਂ ਨੂੰ, ਨਵੇਂ ਅਜ਼ੀਜ਼ਾਂ ਨੂੰ, ਨਵੀਆਂ ਭੈਣਾਂ ਨੂੰ, ਅਗਰ ਜ਼ਿੰਦਗੀ ਦੇ ਵਿੱਚ ਕੋਈ ਵੀ ਔਕੜ, ਮੁਸੀਬਤ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਆਪਣੇ ਆਪ ਨੂੰ ਯਿਸੂ ਮਸੀਹ ਦੀ ਸ਼ਾਂਤੀ ਦੇ ਅਧੀਨ ਕਰੀਏ, ਉਹਦੇ ਆਤਮਾ ਦੇ ਅਧੀਨ ਕਰੀਏ ਜੋ ਸਾਨੂੰ ਦਲੇਰੀ ਬਖਸ਼ਦਾ ਹੈ, ਔਰ ਇਹ ਦੁੱਖ ਸਾਡੇ ਲਈ ਮਾਮੂਲੀ ਠਹਿਰਦੇ। ਸੋ ਅਜ਼ੀਜ਼ੋ, ਫਿਰ ਦੁਬਾਰਾ ਤੁਹਾਡੇ ਅੱਗੇ ਇਹੀ ਗੁਜ਼ਾਰਿਸ਼ ਹੈ, ਔਰ RMS ਇੰਡੀਆ ਨਿਊਜ਼ ਚੈਨਲ ਦਾ ਅਸੀਂ ਲੱਖ ਲੱਖ ਵਾਰ ਧੰਨਵਾਦ ਕਰਦੇ ਹਾਂ ਕਿ ਇਹ ਗਵਾਹੀ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਸੇਵਕਾਂ ਨੂੰ ਦਲੇਰੀ ਮਿਲੇਗੀ, ਔਰ ਉਹ ਖੁੱਲ੍ਹ ਕੇ ਪ੍ਰਭੂ ਦਾ ਸ਼ਬਦ ਪ੍ਰਚਾਰ ਕਰ ਪਾਉਣਗੇ। ਚਾਹੇ ਜਿੰਨੀਆਂ ਮਰਜ਼ੀ ਮੁਸੀਬਤਾਂ ਕਿਉਂ ਨਾ ਜ਼ਿੰਦਗੀ ਵਿੱਚ ਆ ਜਾਣ, ਪਰ ਅਸੀਂ ਕਦੀ ਵੀ ਪ੍ਰਭੂ ਤੋਂ ਨਾ ਫਿਰਾਂਗੇ ਤੇ ਨਾ ਕਦੀ ਅਸੀਂ ਉਸ ਤੋਂ ਭੱਜਾਂਗੇ, ਕਿਉਂਕਿ ਉਹ ਸਾਡੇ ਸਾਰੇ ਕੰਮਾਂ ਨੂੰ ਸਵਾਰਨ ਵਾਲਾ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਨੂੰ ਮੇਰੇ ਵੱਲੋਂ ਜੈ ਮਸੀਹ ਕੀ, ਔਰ RMS ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ
ਧੰਨਵਾਦ ਇਸ ਗਵਾਹੀ ਨੂੰ ਸ਼ੇਅਰ ਕਰਨ ਦੇ ਲਈ। ਸੋ ਆਈਏ ਅਸੀਂ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਮਿਹਰਬਾਨ ਪਿਤਾ ਪਰਮੇਸ਼ਵਰ, ਧਰਤੀ ਔਰ ਆਕਾਸ਼ ਦੇ ਮਾਲਿਕ, ਇਨਸਾਨ ਨੂੰ ਆਪਣੇ ਹੱਥ ਦੇ ਨਾਲ ਸਿਰਜਣ ਵਾਲੇ ਪਰਮੇਸ਼ਵਰ ਔਰ ਇਨਸਾਨ ਦੇ ਨਥਨਾਂ ਵਿੱਚ ਆਪਣਾ ਸਾਹ ਫੂਕਣ ਵਾਲੇ ਪਰਮੇਸ਼ਵਰ, ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਲਈ ਤੁਸੀਂ ਪ੍ਰਭੂ ਜੀ ਅੱਜ ਦਾ ਦਿਨ ਜੋ ਠਹਿਰਾਇਆ ਔਰ ਇਸ ਜਗ੍ਹਾ ਉੱਤੇ ਲੈ ਕੇ ਆਏ। ਪ੍ਰਭੂ ਜੀ ਇਸ ਜਗ੍ਹਾ ਨੂੰ ਤੁਹਾਡੇ ਲਹੂ ਹੇਠ ਢੱਕ ਦਿੰਦੇ ਹਾਂ ਔਰ ਪ੍ਰਭੂ ਜੀ ਤੁਹਾਡੇ ਆਤਮਾ ਦਾ ਅਭਿਸ਼ੇਕ ਬਹੁਤਾਇਤ ਨਾਲ ਇਸ ਜਗ੍ਹਾ ਤੇ ਕੰਮ ਕਰੇ, ਤਾਂ ਕਿ ਜਦ ਤੁਹਾਡੇ ਲੋਕ, ਤੁਹਾਡੇ ਸੇਵਕ ਆ ਕੇ ਪ੍ਰਭੂ ਜੀ ਇਸ ਮੰਚ ਉੱਤੇ ਆਪਣੀ ਗਵਾਹੀ ਦੇਣ ਤੇ ਪ੍ਰਭੂ ਜੀ ਤੁਹਾਡੇ ਸੇਵਕਾਂ ਦੀਆਂ ਗਵਾਹੀਆਂ ਦੇ ਨਾਲ ਪ੍ਰਭੂ ਯਿਸੂ ਜੀ ਲੋਕਾਂ ਨੂੰ ਬਲ ਮਿਲੇ ਔਰ ਤੁਹਾਡੇ ਵਚਨ ਨੂੰ ਲੋਕ ਪ੍ਰਭੂ ਜੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਕੇ ਪ੍ਰਭੂ ਜੀ ਸੱਚੇ ਆਨੰਦ ਔਰ ਸ਼ਾਂਤੀ ਨੂੰ ਪ੍ਰਾਪਤ ਕਰ ਸਕਣ। ਉਹ ਸ਼ਾਂਤੀ ਜੋ ਪ੍ਰਭੂ ਜੀ ਤੁਸੀਂ ਆਪਣੇ ਵੱਲੋਂ ਸਾਨੂੰ ਦਿੰਦੇ ਹੋ ਪ੍ਰਭੂ ਜੀ, ਜਿਸ ਵਿੱਚ ਦਲੇਰੀ, ਜਿਸ ਵਿੱਚ ਚੰਗਾਈ ਔਰ ਜਿਸ ਵਿੱਚ ਬਲ ਹੈ ਪ੍ਰਭੂ ਜੀ, ਔਰ ਤੁਹਾਡਾ ਆਤਮਾ ਪ੍ਰਭੂ ਜੀ ਤੁਹਾਡੇ ਲੋਕਾਂ ਦੇ ਵਿੱਚ ਕਾਰਿਆ ਕਰਦਾ ਹੈ ਔਰ ਲੋਕ ਤੁਹਾਡੇ ਵਚਨ ਉੱਤੇ ਪ੍ਰਭੂ ਜੀ ਸਥਿਰ ਰਹਿ ਪਾਉਂਦੇ। ਪ੍ਰਭੂ ਜੀ ਐਸੀ ਆਸ਼ੀਸ਼ਾਂ ਬਰਕਤਾਂ ਨਾਲ ਪ੍ਰਭੂ ਜੀ ਤੁਸੀਂ ਆਪਣੇ ਇੱਕ ਸੇਵਕ, ਇੱਕ ਦਾਸ ਨੂੰ ਪ੍ਰਭੂ ਯਿਸੂ ਜੀ ਮਾਲਾ ਮਾਲ ਕਰੋ, ਜਿਵੇਂ ਤੁਸੀਂ ਮੈਨੂੰ ਸੰਭਾਲਿਆ ਪ੍ਰਭੂ ਜੀ, ਔਰ ਇਸ ਵੱਡੀ ਆਫਤ ਦੇ ਆਉਣ ਤੋਂ ਬਾਅਦ ਵੀ ਪ੍ਰਭੂ ਜੀ ਤੁਸੀਂ ਮੈਨੂੰ ਦਲੇਰੀ ਬਖਸ਼ੀ। ਇਸੇ ਤਰੀਕੇ ਦੇ ਨਾਲ ਪ੍ਰਭੂ ਜੀ ਅਗਰ ਪ੍ਰਭੂ ਜੀ ਕਿਸੇ ਵੀ ਦਾਸ ਨੂੰ ਪ੍ਰਭੂ ਜੀ ਤੁਹਾਡੇ ਲੋਕਾਂ ਨੂੰ ਪ੍ਰਭੂ ਯਿਸੂ ਜੀ ਕੋਈ ਵੀ ਗੱਲ ਦੀ ਘਟੀ ਹੈ ਪ੍ਰਭੂ ਜੀ, ਕੋਈ ਵੀ ਦੁੱਖ ਤਕਲੀਫ ਹੈ ਤੇ ਪ੍ਰਭੂ ਜੀ ਘਬਰਾ ਕੇ ਪ੍ਰਭੂ ਯਿਸੂ ਜੀ ਤੁਹਾਨੂੰ ਪ੍ਰਭੂ ਯਿਸੂ ਜੀ ਮੰਦਾ ਨਾ ਕਹਿਣ, ਬਲਕਿ ਪ੍ਰਭੂ ਜੀ ਤੁਹਾਡਾ ਵਚਨ ਪ੍ਰਭੂ ਯਿਸੂ ਜੀ ਗ੍ਰਹਿਣ ਕਰਨ ਔਰ ਪ੍ਰਭੂ ਜੀ ਤੁਹਾਡੇ ਨਾਮ ਵਿੱਚ ਅੱਗੇ ਵਧਦੇ ਜਾਣ, ਕਿਉਂਕਿ ਸਾਰੀ ਮੁਸੀਬਤਾਂ ਦਾ ਹੱਲ ਤੁਹਾਡੇ ਕੋਲ ਹੈ, ਸਾਰੀ ਪਰੇਸ਼ਾਨੀਆਂ ਦਾ ਹੱਲ ਤੁਹਾਡੇ ਕੋਲ ਹੈ। ਬਿਮਾਰੀਆਂ ਉੱਤੇ ਤੁਸੀਂ ਫਤਿਹ ਬਖਸ਼ਦੇ ਪ੍ਰਭੂ ਜੀ, ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ। ਸੁਣਨ ਵਾਲੇ ਦਲੇਰੀ ਪਾਣ ਔਰ ਪ੍ਰਭੂ ਯਿਸੂ ਜੀ ਤੁਹਾਡੇ ਨਾਮ ਦੇ ਵਿੱਚ ਅੱਗੇ ਵਧਦੇ ਜਾਣ, ਤੁਹਾਡੇ ਵਚਨ ਉੱਤੇ ਸਥਿਰ ਰਹਿ ਸਕਣ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ। ਸਭ ਕੁਝ ਪਿਤਾ ਪਰਮੇਸ਼ਵਰ ਤੁਹਾਡੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ।